सत श्री अकाल जी, वेलकम टू ग्लोबल ट्रीवो। मैं हाँ जतिंदर सिंह। ਅੱਜ ਦੀ जो वीडियो ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ ਇਹ ਹੈ ਰਸ਼ੀਆ ਇਮੀਗ੍ਰੇਸ਼ਨ ਦੀ। ਤੁਹਾਨੂੰ ਪਤਾ ਹੈ ਕਿ ਰਸ਼ੀਆ ਤੋਂ ਕਈ ਵਾਰ ਕਿਸੇ ਨੂੰ ਤੋਂ ਵਾਪਸ ਮੋੜ ਦਿੱਤਾ ਜਾਂਦਾ ਹੈ। ਉਹ ਕਿਹੜੀਆਂ ਗੱਲਾਂ ਨੇ ਜਿਹਦੇ ਕਰਕੇ ਉਹ ਤੋਂ ਵਾਪਸ ਕੀਤਾ ਜਾਂਦਾ ਹੈ, ਕੀ ਮਿਸਟੇਕ ਹੁੰਦੀਆਂ ਨੇ, कुछ गलतियां बारे गल करांगे। वो गलतियां कभी भी ना करो एयरपोर्ट ते, स्पैशली किसी भी कंट्री के एयरपोर्ट ते गलतियां ना करो। तो रशिया जा रहे हो तो बिल्कुल भी ना करो। अज की वीडियो इस चीज़ पर रहेगी। तो जे तुसीं साडा यूट्यूब चैनल सबसक्राइब नहीं किया होया तो सबसक्राइब जरूर कर देना कि आने वाले टाइम च आपां होर भी जो वीडियो लैके आईए तुहाडे तक पहुँच सके। रशिया का जिवें पता कि अज की डेट च जे वीज़े की गल करिए तो रशिया के वीज़े आ रहे हैं, फ्लाइट भी हो रही ने, तो बड़े आराम नाल लोग जा रहे हैं रशिया दे विच। बट हुंदा की है कि रशिया के एयरपोर्ट तो कई बार कईयों नूं वापस भेज दिता जाता, बहुत घट हुंदा रशिया दे विच, बट उत्थों वापस आउंदे ने। बट वो किहड़ियां गलतियां ने जिन्हां करके वापस आउंदे ने, वो गल करन तो पहलां आपां इहदे बारे गल करांगे कि कोई भी कंट्री उत्थों वापस भेजदी क्यों है। क्योंकि जे उन्होंने पहलां ऑलरेडी तुहानूं वीज़ा दे दिता, तुसीं ऑलरेडी एम्बेसी फाइल लाई, तुहानूं वीज़ा मिलिया, तुसीं फ्लाई किया, बट इमीग्रेशन उत्ते क्लीयर नहीं हो पाई, तुहानूं तो वापस करता। ਉਹਦੇ ਪਿੱਛੇ ਕਾਰਨ ਕੀ ਹੁੰਦੇ ਨੇ? तो कोई भी कंट्री आ उतों वापस क्यों भेजती है? क्योंकि जे पहला तो उन्होंने ऑलरेडी वीज़ा दिता है बट फिर भी वापस कर देन, एवें करन दे कुछ कारण तो जरूर होणगे। ਉਹਦੇ ਵਿੱਚ सब तो ਵੱਡਾ ਜਿਹੜਾ ਕਾਰਨ ਹੁੰਦਾ ਉਹ ਇਹ ਰਹਿੰਦਾ ਕਿ ਇਮੀਗ੍ਰੇਸ਼ਨ ਰਿਸਕ ਦਾ। ਕਿਉਂਕਿ ਕਈ ਵਾਰ ਕੁਝ ਕੰਟਰੀਆਂ ਨੂੰ ਯੂਜ਼ ਕੀਤਾ ਜਾਂਦਾ ਕਿਸੇ ਹੋਰ ਕੰਟਰੀ 'ਚ ਜਾਣ ਲਈ। ਰਸ਼ੀਆ ਵੀ ਇਸ ਚੀਜ਼ ਮਾਮਲੇ 'ਚ ਕਾਫੀ ਯੂਜ਼ ਹੋਈ ਹੈ। ਹੁਣ ਅਜੇ ਬਹੁਤ ਘੱਟ ਯੂਜ਼ ਹੁੰਦੀ ਹੈ, ਬਟ ਪਹਿਲਾਂ ਕਾਫੀ ਟਾਈਮ ਤੁਸੀਂ ਕਹਿ ਸਕਦੇ ਹੋ ਕਿ ਅੱਜ ਤੋਂ 5 ਤੋਂ 10 ਸਾਲ ਪਹਿਲਾਂ ਜਿਹੜਾ ਇਹ ਰਸ਼ੀਆ ਨੂੰ ਕਾਫੀ ਯੂਜ਼ ਕੀਤਾ ਗਿਆ ਸ਼ੈਂਗਨ ਦੇ ਵਿੱਚ ਡੋਂਕੀ ਲਾਉਣ ਵਾਸਤੇ। ਕਿ ਰਸ਼ੀਆ ਦਾ ਵੀਜ਼ਾ ਈਜ਼ੀ ਮਿਲਦਾ ਸੀ, ਰਸ਼ੀਆ ਲੈ ਗਏ, ਉੱਥੋਂ ਡੋਂਕੀ ਕਰਾ ਕੇ ਉਹਨਾਂ ਨੂੰ ਸ਼ੈਂਗਨ ਦੇ ਵਿੱਚ ਐਂਟਰੀ ਕਰਾ ਦਿੱਤੀ ਜਾਂਦੀ ਸੀ। ਤੇ ਹਮੇਸ਼ਾ ਹਰ ਕੰਟਰੀ ਕੋਲ ਰਿਕਾਰਡ ਹੁੰਦਾ ਹੈ ਕਿ ਉਹਨਾਂ ਦੇ 에ਅਰਪੋਰਟ ਤੇ ਕਿੰਨੇ ਜਣੇ ਐਂਟਰ ਹੋਏ, ਉਹ ਕਿਹੜੀ ਡੇਟ ਨੂੰ ਐਂਟਰ ਹੋਏ ਤੇ ਵਾਪਸ ਕਦੋਂ ਗਏ। ਜਦੋਂ ਇੱਕ ਸਾਲ ਦੇ ਵਿੱਚ ਜਾਂ ਜਦੋਂ ਵੀ ਉਹਨਾਂ ਦਾ ਕੋਈ ਡਾਟਾ ਨੂੰ ਐਨਾਲਾਈਜ਼ ਕਰਦੇ ਆ, ਉਹ ਡਾਟਾ ਦਾ ਜਦੋਂ ਸਰਵੇ ਕਰਦੇ ਨੇ ਉਹਦੇ ਵਿੱਚ ਹਮੇਸ਼ਾ ਆ ਜਾਂਦਾ ਕਿ ਇੰਨੇ ਸਾਡੀ ਕੰਟਰੀ ਵਿੱਚ ਆਏ ਬਟ ਵਾਪਸ ਇੰਨੇ ਗਏ, ਕਿੰਨੇ ਰਹਿ ਗਏ, ਜੇ ਉਹ ਰਹਿ ਗਏ ਤਾਂ ਗਏ ਕਿੱਥੇ। ਉਹਨਾਂ ਨੂੰ ਫਿਰ ਹੌਲੀ ਹੌਲੀ ਉਹਨਾਂ ਚੀਜ਼ਾਂ ਬਾਰੇ ਪਤਾ ਲੱਗਣਾ ਸਟਾਰਟ ਹੋ ਗਿਆ ਕਿ ਕਿਵੇਂ ਯੂਜ਼ ਕੀਤਾ ਜਾਂਦਾ। ਕਰਪਸ਼ਨ ਹੁੰਦੀ ਹੈ, ਕਰਪਸ਼ਨ ਦੇ ਸਹਾਰੇ ਉਸ ਚੀਜ਼ ਨੂੰ ਯੂਜ਼ ਕਰਕੇ ਅਗਲੀ ਕੰਟਰੀ 'ਚ ਭੇਜ ਦਿੱਤਾ ਜਾਂਦਾ। ਐਵੇਂ ਦੀ ਚੀਜ਼ਾਂ ਕਾਫੀ ਹੋ ਜਾਂਦੀਆਂ ਨੇ। ਐਵੇਂ ਦੀ ਚੀਜ਼ਾਂ ਹੁੰਦੀਆਂ ਨੇ ਤੇ ਕੰਟਰੀ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਕੰਟਰੀ ਨੂੰ ਯੂਜ਼ ਕੀਤਾ ਜਾ ਰਿਹਾ ਹੈ ਇਲੀਗਲ ਕੰਮ ਵਾਸਤੇ। ਹਮੇਸ਼ਾ ਉਸ ਚੀਜ਼ ਨੂੰ ਸਟਾਪ ਕਰਨ ਲਈ ਫਿਰ ਉਹ 에ਅਰਪੋਰਟ ਤੇ ਸਟ੍ਰਿਕਨੈਸ ਕਰਦੀਆਂ ਨੇ। ਇੱਕ ਵਜ੍ਹਾ ਹੁੰਦੀ ਹੈ ਸਭ ਤੋਂ ਵੱਡੀ ਜਿਹੜੀ ਕਿ ਇਮੀਗ੍ਰੇਸ਼ਨ ਰਿਸਕ ਦਾ ਇੱਕ ਕਾਰਨ ਰਹੀ। ਤੇ ਸੈਕਿੰਡ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੁੰਦਾ ਉਹ ਹੁੰਦਾ ਕਿ ਉਸ ਕੰਟਰੀ ਦੇ ਵਿੱਚ ਜਾ ਕੇ ਇਲੀਗਲੀ ਕੰਮ ਕਰਨਾ, ਉਹਨਾਂ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਦਾ ਬੈਨੀਫਿਟ ਚੁੱਕਣਾ, ਉੱਥੇ ਜੌਬ ਕਰਨੀ ਇਲੀਗਲੀ ਜਾਂ ਉੱਥੇ ਕੋਈ ਕ੍ਰਾਈਮ ਐਕਟੀਵਿਟੀਜ਼ ਕਰਨਾ। ਇਹ ਵੀ ਕਾਰਨ ਹੁੰਦੇ ਨੇ ਜਿਹਦੇ ਕਰਕੇ ਜਿਹੜੀ ਕੰਟਰੀ ਹੈ ਉਹ ਆਪਣੀ ਕੰਟਰੀ ਦੇ ਵਿੱਚ ਕਿਸੇ ਨੂੰ ਐਂਟਰ ਹੋਣ ਤੋਂ ਪਹਿਲਾਂ ਇੱਕ ਵਾਰੀ ਦੇਖਦੀ ਹੈ। ਜਦੋਂ ਤੁਸੀਂ ਅਪਲਾਈ ਕਰਦੇ ਹੋ ਵੀਜ਼ਾ ਲਈ, ਤੁਹਾਡੇ ਪੇਪਰ ਜਾਂਦੇ ਆ, ਤੁਸੀਂ ਖੁਦ ਨਹੀਂ ਜਾਂਦੇ। ਜੇ ਉੱਥੇ ਉਹਨਾਂ ਨੂੰ ਕੁਝ ਡਾਊਟ ਹੁੰਦਾ ਤਾਂ ਉਹਨੂੰ ਇੰਟਰਵਿਊ ਲਈ ਬੁਲਾ ਲੈਂਦੇ ਆ। ਬਟ 에ਅਰਪੋਰਟ 'ਤੇ ਜਦੋਂ ਜਾਂਦੇ ਹੋ ਤੁਸੀਂ ਉੱਥੇ ਫਿਜ਼ੀਕਲੀ ਉੱਥੇ ਹੁੰਦੇ ਹੋ, ਤੁਹਾਨੂੰ ਦੇਖ ਕੇ ਉਹਨਾਂ ਨੂੰ ਕੋਈ ਡਾਊਟ ਹੁੰਦਾ, ਫਿਰ ਤੁਹਾਨੂੰ ਐਂਟਰੀ ਦੇਣ ਲੱਗਿਆ ਪ੍ਰੋਬਲਮ ਕਰਦੇ ਨੇ। ਤੇ ਸਭ ਤੋਂ ਇੱਥੇ ਪਕੜੇ ਜਾਣ ਦਾ ਇੱਕੋ ਹੀ ਵਜ੍ਹਾ ਹੁੰਦਾ, ਉਹ ਹੁੰਦਾ ਤੁਹਾਡਾ ਕੌਨਫੀਡੈਂਸ, ਕਿ ਤੁਹਾਡਾ ਕੌਨਫੀਡੈਂਸ ਲੈਵਲ ਕਿਵੇਂ ਹੁੰਦਾ। ਕਿਉਂਕਿ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਬੰਦਾ ਇਸ ਕੰਟਰੀ 'ਚ ਜਾ ਕੇ ਵਾਪਸ ਚਾਹੇਗਾ ਜਾਂ ਨਹੀਂ ਚਾਹੇਗਾ। ਉਹ ਉਹਨਾਂ ਨੂੰ ਉਸ ਬੰਦੇ ਦੀ ਕੌਨਫੀਡੈਂਸ ਤੋਂ ਹੀ ਪਤਾ ਲੱਗਦਾ ਕਿ ਇਹ ਬੰਦਾ ਲੀਗਲ ਹੈ, ਕਿ ਇਹ ਬੰਦਾ ਜੈਨੂਅਨ ਹੈ ਜਾਂ ਨਹੀਂ ਹੈ। ਇਹਨਾਂ ਚੀਜ਼ਾਂ ਤੋਂ ਉੱਥੇ ਪਕੜੇ ਜਾਂਦੇ ਨੇ ਤਾਂ ਫਿਰ ਉੱਥੋਂ ਉਹ ਵਾਪਸ ਕਰ ਦਿੰਦੇ ਨੇ। ਕਿਉਂਕਿ ਉਹ ਤੁਹਾਡਾ ਹਾਵ ਭਾਵ ਵੇਖ ਲੈਂਦੇ, ਤੁਹਾਡੀ ਬੋਡੀ ਲੈਂਗੁਏਜ ਵੇਖ ਲੈਂਦੇ ਆ, ਤੁਹਾਡੀ ਐਕਟੀਵਿਟੀਜ਼ ਕੁਛ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨੋਟ ਕਰਕੇ ਉਹਨਾਂ ਨੂੰ ਡਾਊਟ ਹੋ ਜਾਂਦਾ, ਉੱਥੋਂ ਵਾਪਸ ਕਰ ਦਿੰਦੇ ਨੇ। ਕੁਛ ਕੁਐਸਚਨਿੰਗ ਜ਼ਰੂਰ ਹੁੰਦੀ ਹੈ, ਤੁਹਾਡੇ ਕੋਲੋਂ 15-20 ਮਿੰਟ, ਅੱਧਾ ਘੰਟੇ ਤੱਕ ਵੀ ਤੁਹਾਡੇ ਕੋਲ ਕੁਐਸਚਨਿੰਗ ਹੋ ਸਕਦੀ ਹੈ, 2-2 3-3 ਘੰਟੇ ਵੀ ਤੁਹਾਡੇ ਕੋਲ ਕੁਐਸਚਨਿੰਗ ਕਰ ਸਕਦੇ ਆ। ਉਸ ਕੁਐਸਚਨਿੰਗ ਦੇ ਬੇਸ ਤੇ ਜੇ ਉਹਨਾਂ ਨੂੰ ਲੱਗਦਾ ਕਿ ਇਹ ਟਰੈਵਲਰ ਜਿਹੜਾ ਜੈਨੂਅਨ ਹੈ ਤਾਂ ਐਂਟਰੀ ਮਿਲ ਜਾਂਦੀ ਹੈ। ਜੇ ਉਹਨਾਂ ਨੂੰ ਲੱਗਦਾ ਕਿਤੇ ਵੀ ਡਾਊਟ ਲੱਗਦਾ ਉਹ ਤੋਂ ਵਾਪਸ ਕਰ ਦਿੰਦੇ ਨੇ। ਇੱਕ ਇਹ ਵੀ ਇੱਥੇ ਰੀਜ਼ਨ ਹੁੰਦਾ ਵਾਪਸ ਆਉਣ ਦਾ। ਇਹ ਤੇ ਉਹ ਰੀਜ਼ਨ ਸਨ ਜਿਨ੍ਹਾਂ ਕਰਕੇ ਉਸ ਕੰਟਰੀ ਨੂੰ ਡਾਊਟ ਹੈ ਕਿ ਇਹ ਸਾਡੀ ਕੰਟਰੀ ਨੂੰ ਯੂਜ਼ ਕਰਨਗੇ ਇਲੀਗਲ ਮਾਈਗ੍ਰੇਸ਼ਨ ਲਈ। ਤੇ ਸੈਕਿੰਡ ਉਹਨਾਂ ਨੂੰ ਡਾਊਟ ਹੈ ਕਿ ਇਹ ਸਾਡੀ ਕੰਟਰੀ ਵਿੱਚ ਆ ਕੇ ਕੁਝ ਇਲੀਗਲ ਐਕਟੀਵਿਟੀਜ਼ ਕਰਨਗੇ ਜਾਂ ਇੱਥੋਂ ਵਾਪਸ ਨਹੀਂ ਜਾਣਗੇ। ਇਹ ਸੈਕਿੰਡ ਰੀਜ਼ਨ ਹੁੰਦਾ ਕਿਸੇ ਵੀ ਕੰਟਰੀ ਦਾ ਆਪਣੇ ਬਾਰਡਰ ਤੇ ਐਂਟਰੀ ਨਾ ਦੇਣ ਦਾ। ਇਸ ਤੋਂ ਬਾਅਦ ਇੱਕ ਹੋਰ ਰੀਜ਼ਨ ਹੈ ਰਸ਼ੀਆ ਦੇ ਵਿੱਚ ਸਪੈਸ਼ਲੀ, ਜੋ ਇੱਕ ਰੀਜ਼ਨ ਆਉਂਦਾ ਸਾਹਮਣੇ, ਉਹ ਹੈ ਤੁਹਾਡੇ ਪ੍ਰੋਪਰ ਡਾਕੂਮੈਂਟ ਤੁਹਾਡੇ ਕੋਲ ਨਾ ਹੋਣਾ।
ਕਿਉਂਕਿ ਕਈ ਵਾਰ ਸਾਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ ਜਾਂ ਅਸੀਂ ਅਪਡੇਟ ਨਹੀਂ ਹੁੰਦੇ ਰੂਲ ਰੈਗੂਲੇਸ਼ਨ ਤੋਂ, ਉਹ ਮਿਸਟੇਕ ਕਰਨ ਕਰਕੇ ਸਾਡੇ ਨਾਲ ਐਵੇਂ ਹੋ ਜਾਂਦਾ। ਜਿਵੇਂ ਕਿ ਹੁਣ ਕਾਫੀ ਟਾਈਮ ਤੋਂ ਚੀਜ਼ ਚੱਲ ਰਹੀ ਹੈ ਕਿ ਰਸ਼ੀਆ ਜਿਹੜਾ ਹੈ ਉਹ ਵਾਇਆ ਫਲਾਈਟ ਤੋਂ ਐਂਟਰੀ ਨਹੀਂ ਦੇ ਰਿਹਾ, ਡਾਇਰੈਕਟ ਫਲਾਈਟ ਤੋਂ ਐਂਟਰੀ ਦੇ ਰਿਹਾ, ਤੇ ਕਾਫੀ ਜਣਿਆਂ ਨੂੰ ਉੱਥੋਂ ਵਾਪਿਸ ਕੀਤਾ ਗਿਆ ਇਸੇ ਰੀਜ਼ਨ ਤੇ। ਕਈ ਥਾਵਾਂ ਤੇ ਤਾਂ 에ਅਰਪੋਰਟ ਤੋਂ ਐਂਟਰੀ ਨਹੀਂ ਹੋਣ ਦਿੱਤਾ, 에ਅਰਪੋਰਟ ਤੋਂ ਫਲਾਈਟ ਹੀ ਨਹੀਂ ਲੈਣ ਦਿੱਤੀ। ਇਹ ਵੀ ਚੀਜ਼ਾਂ ਹੋਈਆਂ। ਕੁਝ ਦਿਨ ਪਹਿਲਾਂ ਵੀ ਕਈਆਂ ਨੂੰ ਇਹ ਨਾਲ ਐਵੇਂ ਚੀਜ਼ ਹੋਈ। ਉਹਦੇ ਪਿੱਛੇ ਹੀ ਕਾਰਨ ਸੀ ਕਿਉਂਕਿ ਉਹਨਾਂ ਨੇ ਆਲਰੇਡੀ ਕਲੀਅਰ ਕੀਤਾ ਹੋਇਆ ਕਿ ਜੇ ਸਾਡੀ ਕੰਟਰੀ 'ਚ ਆਉਣਾ ਡਾਇਰੈਕਟ ਆਓ। ਜੇ ਤੁਸੀਂ ਐਰੋਫਲੋਟ ਦੀ 에ਅਰਲਾਈਨ ਲੈ ਕੇ ਜਾ ਰਹੇ ਹੋ ਜੋ ਦਿੱਲੀ ਟੂ ਮਾਸਕੋ ਜਾਂਦੀ ਹੈ, ਡਾਇਰੈਕਟ ਜਾਂਦੀ ਹੈ, ਫਿਰ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ। ਜਿਨ੍ਹਾਂ ਨੇ ਡਾਇਰੈਕਟ ਫਲਾਈਟ ਲਈਆਂ ਸੀਗੀਆਂ ਉਹਨਾਂ ਨੂੰ ਪ੍ਰੋਬਲਮ ਆਈ, ਉਹਨਾਂ ਨੂੰ 에ਅਰਪੋਰਟ ਤੋਂ ਚੜ੍ਹਨ ਨਹੀਂ ਦਿੱਤਾ ਗਿਆ ਜਾਂ ਫਿਰ ਉੱਥੋਂ ਵਾਪਸ ਭੇਜ ਦਿੱਤਾ ਗਿਆ। ਇਹ ਚੀਜ਼ ਹੈ ਅਪਡੇਟ ਰਹਿਣ ਦੀ, ਤੇ ਫਿਰ ਤੁਹਾਨੂੰ 에ਅਰਪੋਰਟ ਤੋਂ ਉੱਥੋਂ ਵਾਪਸ ਭੇਜ ਦਿੱਤਾ ਜਾਂਦਾ, ਤੁਹਾਨੂੰ ਐਂਟਰੀ ਨਹੀਂ ਮਿਲਦੀ। ਕਿਉਂਕਿ ਰਸ਼ੀਆ ਦੇ ਕੁਝ ਰੂਲ ਰੈਗੂਲੇਸ਼ਨ ਨੇ। ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਕੋਲ ਇਨਵੀਟੇਸ਼ਨ ਲੈਟਰ ਹੋਣਾ ਜ਼ਰੂਰੀ ਹੁੰਦਾ। ਜੇ ਤੁਹਾਡੇ ਕੋਲ ਇਨਵੀਟੇਸ਼ਨ ਲੈਟਰ ਨਹੀਂ ਹੈਗਾ ਮੀਨਸ ਤੁਹਾਡਾ ਵੀਜ਼ਾ ਨਹੀਂ ਆਉਣਾ। ਬਟ ਤੁਸੀਂ ਕਿਸੇ ਕੋਲ ਉੱਪਰ ਫਾਈਲ ਆਪਣੀ ਲਵਾਈ, ਇਨਵੀਟੇਸ਼ਨ ਲੈਟਰ ਉਹਨੇ ਲਾ ਕੇ ਤੁਹਾਡੀ ਫਾਈਲ ਲਾ ਕੇ ਤੁਹਾਨੂੰ ਵੀਜ਼ਾ ਦੇ ਦਿੱਤਾ, ਬਟ ਤੁਸੀਂ ਉਹਦੇ ਕੋਲੋਂ ਇਨਵੀਟੇਸ਼ਨ ਲੈਟਰ ਲੈਣਾ ਭੁੱਲ ਗਏ ਜਾਂ ਉਹ ਤੁਹਾਨੂੰ ਇਨਵੀਟੇਸ਼ਨ ਲੈਟਰ ਦੇਣਾ ਭੁੱਲ ਗਿਆ, ਜਾਂ ਫਿਰ ਉਹਨੇ ਤੁਹਾਨੂੰ ਦੱਸਿਆ ਨਹੀਂ, ਜਾਂ ਫਿਰ ਤੁਸੀਂ ਲੈ ਕੇ ਨਹੀਂ ਗਏ। ਕੋਈ ਵੀ ਰੀਜ਼ਨ ਹੋ ਸਕਦਾ। ਜੇ ਇਨਵੀਟੇਸ਼ਨ ਲੈਟਰ ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਫਲਾਈ ਕਰ ਗਏ, 에ਅਰਪੋਰਟ ਤੋਂ ਤੁਹਾਨੂੰ ਵਾਪਸ ਕਰ ਦਿੱਤਾ ਜਾਏਗਾ, ਐਂਟਰੀ ਨਹੀਂ ਮਿਲੇਗੀ ਵਿਦਆਊਟ ਇਨਵੀਟੇਸ਼ਨ ਲੈਟਰ। ਉਹ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੁੰਦਾ। ਨਾਲ ਦੀ ਨਾਲ ਇੱਕ ਨੈਕਸਟ ਚੀਜ਼ ਹੁੰਦੀ ਹੈ ਹੋਟਲ ਬੁਕਿੰਗ। ਕਈ ਵਾਰ ਕੀ ਹੁੰਦਾ ਕਿ ਕਿਸੇ ਦੇ ਨਾਲ ਦਾ ਕੋਈ ਬੰਦਾ ਚਲਾ ਜਾਂਦਾ ਹੈ ਵਿਦਆਊਟ ਹੋਟਲ ਬੁਕਿੰਗ, ਉਹਨੂੰ ਐਂਟਰੀ ਮਿਲ ਜਾਂਦੀ ਹੈ, ਬਟ ਜਦੋਂ ਉਹ ਖੁਦ ਜਾਂਦਾ ਉਹਨੂੰ ਐਂਟਰੀ ਨਹੀਂ ਮਿਲਦੀ, ਉੱਥੋਂ ਵਾਪਸ ਕਰ ਦਿੱਤਾ ਜਾਂਦਾ। ਐਵੇਂ ਦੀ ਚੀਜ਼ਾਂ ਵੀ ਕਈਆਂ ਨਾਲ ਹੁੰਦੀਆਂ ਨੇ। ਬਟ ਜੋ ਪ੍ਰੋਪਰ ਰੂਲ ਨੇ ਉਹਨੂੰ ਫੋਲੋ ਕਰੋ। ਜੇ ਇੱਕ ਉੱਥੋਂ ਨਿਕਲ ਗਿਆ ਤੇ ਇਹ ਨਾ ਸੋਚੋ ਕਿ ਉੱਥੋਂ ਹਰੇਕ ਕੋਈ ਨਿਕਲ ਸਕਦਾ। ਹੋ ਸਕਦਾ ਤੁਹਾਡੇ ਕੋਲੋਂ ਉਹ ਚੀਜ਼ਾਂ ਮੰਗ ਲਈਆਂ ਜਾਣ, ਤੁਹਾਨੂੰ ਵਾਪਸ ਕਰ ਦਿੱਤਾ ਜਾਏ। ਜਦੋਂ ਵੀ ਰਸ਼ੀਆ ਟਰੈਵਲ ਕਰਨਾ ਯਾਦ ਰੱਖੋ ਤੁਹਾਡੇ ਕੋਲ ਰਿਟਰਨ ਟਿਕਟ ਹੋਵੇ, ਇਨਵੀਟੇਸ਼ਨ ਲੈਟਰ ਹੋਵੇ, ਹੋਟਲ ਬੁਕਿੰਗ ਹੋਵੇ। ਟਰੈਵਲ ਇੰਸ਼ੋਰੈਂਸ ਮੈਂਡੇਟਰੀ ਨਹੀਂ ਹੈਗਾ, ਬਟ ਮੈਂ ਰਿਕਮੈਂਡ ਕਰਦਾ ਕਿ ਕਿਸੇ ਵੀ ਕੰਟਰੀ 'ਚ ਜਦੋਂ ਤੁਸੀਂ ਟਰੈਵਲ ਕਰਦੇ ਹੋ ਭਾਵੇਂ ਉੱਥੇ ਟਰੈਵਲ ਇੰਸ਼ੋਰੈਂਸ ਚਾਹੀਦਾ ਭਾਵੇਂ ਨਹੀਂ ਚਾਹੀਦਾ, ਬਟ ਤੁਸੀਂ ਆਪਣਾ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਇਆ ਕਰੋ। ਕਿਉਂਕਿ ਤੁਸੀਂ ਹਫ਼ਤੇ 10 ਦਿਨ ਲਈ ਜਾਣਾ ਹੁੰਦਾ, 10 ਦਿਨ ਦਾ ਤੁਹਾਨੂੰ ਟਰੈਵਲ ਇੰਸ਼ੋਰੈਂਸ ਜਿਹੜਾ ਹੈ ਉਹ ਨਾਰਮਲੀ 500 ਤੋਂ ਲੈ ਕੇ 1000 ਰੁਪਏ ਤੱਕ ਮਿਲ ਜਾਂਦਾ। ਜੇ ਤੁਸੀਂ 50,000 ਤੋਂ ਲੈ ਕੇ 70,000 ਰੁਪਇਆ ਤੁਸੀਂ ਲਾ ਰਹੇ ਹੋ ਆਪਣੇ ਟ੍ਰਿਪ ਤੇ, 1000 ਰੁਪਇਆ ਹੋਰ ਲਾ ਲਓ, ਕਿਉਂਕਿ 1000 ਰੁਪਇਆ ਲਾਉਣ ਨਾਲ ਤੁਹਾਨੂੰ ਸੇਫ ਜਰਨੀ ਮਿਲ ਜਾਂਦੀ ਹੈ। ਜੇ ਕੋਈ ਪ੍ਰੋਬਲਮ ਹੁੰਦੀ ਹੈ ਤੁਹਾਡਾ ਟਰੈਵਲ ਇੰਸ਼ੋਰੈਂਸ ਉਹਨੂੰ ਕਵਰ ਕਰਦਾ ਹੈ। ਅਬਰੋਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਣ ਤੇ ਜੇ ਤੁਹਾਨੂੰ ਮੈਡੀਕਲ ਸਰਵਿਸ ਵੀ ਲੈਣੀ ਪੈ ਜੇ ਉਹ ਵੀ ਬਹੁਤ ਮਹਿੰਗੀ ਪੈਂਦੀ ਹੈ। ਇਸ ਕਰਕੇ ਉੱਥੇ 500,000 ਰੁਪਇਆ ਜ਼ਰੂਰ ਹੋਰ ਖਰਚ ਲਓ। ਟਰੈਵਲ ਇੰਸ਼ੋਰੈਂਸ ਨਾਲ ਕੁਝ ਨਹੀਂ ਹੁੰਦਾ, ਜ਼ਰੂਰ ਲੈ ਕੇ ਜਾਓ। ਪਰ ਰਸ਼ੀਆ ਟਰੈਵਲ ਇੰਸ਼ੋਰੈਂਸ ਨਹੀਂ ਮੰਗਦਾ, ਤੁਹਾਡੇ ਕੋਲ ਹੈ ਜਾਂ ਨਹੀਂ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਐਂਟਰੀ ਮਿਲ ਜਾਂਦੀ ਹੈ। ਬਟ ਆਹ ਡਾਕੂਮੈਂਟ ਹੋਣੇ ਤੁਹਾਡੇ ਕੋਲ ਜ਼ਰੂਰੀ ਨੇ। ਜਦੋਂ ਵੀ ਟਰੈਵਲ ਕਰਦੇ ਹੋ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਜਾਓ, ਅਦਰਵਾਈਜ਼ ਤੁਹਾਨੂੰ ਉੱਥੋਂ ਵਾਪਸ ਕਰ ਦਿੱਤਾ ਜਾਏਗਾ। ਇਸ ਕਰਕੇ ਇਹ ਗਲਤੀਆਂ ਬਿਲਕੁਲ ਨਾ ਕਰਿਓ। ਇਹ 3 ਗਲਤੀਆਂ ਤਾਂ ਬਿਲਕੁਲ ਵੀ ਨਾ ਕਰਿਓ ਜੇ ਰਸ਼ੀਆ ਜਾ ਰਹੇ ਹੋ, ਅਦਰਵਾਈਜ਼ ਤੁਹਾਨੂੰ ਪ੍ਰੋਬਲਮ ਫੇਸ ਕਰਨੀਆਂ ਪੈ ਸਕਦੀਆਂ ਨੇ। ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਤੇ ਮਿਲਾਂਗੇ ਫਿਰ ਆਪਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਸਤਿ